किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। चौथे कांड का 10वां भाग अनोखा चमत्कार ਅਤੇ 11वां भाग पंज गिणत नाल गुरमत दी सांझ। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। ਪ੍ਰੀਖਿਆ ਅਤੇ ਅੰਮ੍ਰਿਤ ਸਮਾਗਮ। ਦਸ਼ਮੇਸ਼ ਜੀ ਦਾ ਬੜਾ ਮਹਾਨ ਚਮਤਕਾਰੀ ਸਿੱਟਿਆਂ ਵਾਲਾ ਅਨੂਪਮ ਕੌਤਕ ਸੀ। ਇਸ ਮਹਾਨ ਸਾਕੇ ਨੇ ਸਿੱਖੀ ਸਿਦਕ ਨੂੰ ਅਜਿਹੀ ਪਾਣ ਚਾੜ੍ਹ ਦਿੱਤੀ ਕਿ ਜ਼ਾਲਮਾਂ ਵਿੱਚੋਂ ਜ਼ਾਲਮ, ਤੰਗ ਦਿਲ ਤੇ ਮੁਤੱਸਬ ਮੁਗਲ ਸਮਰਾਟਾਂ ਦੇ ਅਤੇ ਕਮੀਨੇ ਤੋਂ ਕਮੀਨੇ ਪਹਾੜੀ ਰਾਜਿਆਂ ਦੇ ਮਿਲਵੇਂ ਜ਼ੁਲਮੀ ਹੱਲੇ ਸਿੱਖੀ ਸਰੂਪ ਦਾ ਅਥਵਾ ਸਿੱਖੀ ਆਚਰਣ ਦੇ ਸ਼ਾਨਦਾਰ ਮਹੱਲ ਦਾ ਮਾਮੂਲੀ ਕਿੰਗਰਾ ਵੀ ਨਾ ਭੋਰ ਸਕੇ। ਗੁਰੂ ਦਾ ਸਿੰਘ ਚੜ੍ਹਦੀ ਕਲਾ ਵਾਲੀਆਂ ਤਰੱਕੀਆਂ ਦੇ ਸਿਖਰ ਵੱਲ ਨੂੰ ਛਾਲਾਂ ਮਾਰਦਾ ਨਿਰੰਤਰ ਚੜ੍ਹਦਾ ਗਿਆ। ਗੁਰਮੁਖਤਾਈ ਵਾਲੇ ਮਰ ਜੀਵੜੇ ਸਿੱਖੀ ਜੀਵਨ ਨੇ ਹੀ ਸਾਨੂੰ ਗੁਰੂ ਨਾਨਕ ਜੀ ਨਾਲ ਜੋੜੀ ਰੱਖਣਾ ਹੈ। ਉੱਚੇ ਅਤੇ ਸੁੱਚੇ ਆਚਰਣ ਦੇ ਨਾਲ 10ਵੇਂ ਸਰੂਪ ਵਿੱਚ ਵਿਚਰਦਿਆਂ ਜਿਹੜੀ 5 ਕਕਾਰਾਂ ਵਾਲੇ ਸਰੂਪ ਦੀ ਬਖਸ਼ਿਸ਼ ਹੋਈ ਹੈ, ਉਸ ਨੂੰ ਪਰਮਾਤਮਾ ਦੀ ਨਿੱਜ ਮੌਜ ਤੋਂ ਮਿਲਿਆ ਪ੍ਰਸ਼ਾਦ ਸਮਝਣ ਵਿੱਚ 10 ਪਾਤਸ਼ਾਹੀਆਂ ਵਿੱਚ ਵਿਚਰਦੇ ਰਹਿਣ ਵਾਲੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਖੁਸ਼ੀ ਹੈ। ਨਿਆਰਾ ਆਚਰਣ ਅਤੇ ਨਿਆਰੀ ਮੂਰਤ ਹੀ ਗੁਰੂ ਨਾਨਕ ਜੀ ਦੀ ਸਿੱਖੀ ਹੈ। ਦੋਹਾਂ ਵਿੱਚੋਂ ਕਿਸੇ ਪ੍ਰਤੀ ਵੀ ਢਿੱਲ ਕਰਨੀ ਸਿੱਖੀ ਨਹੀਂ ਹੈ। ਜਿਸ ਦਿਨ ਦੋਹਾਂ ਨਿਆਰੀਆਂ ਦਾਤਾਂ ਵੱਲੋਂ ਸਿੱਖ ਨੇ ਮੂੰਹ ਫੇਰ ਲਿਆ, ਉਹ ਦਿਨ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਆਖਰੀ ਦਿਨ ਹੋਵੇਗਾ। ਅਜਿਹੀ ਦੁਖਦਾਈ ਹਾਲਤ ਵਿੱਚ ਪੈ ਜਾਣ ਤੋਂ ਸਦਾ ਲਈ ਬਚਾਈ ਰੱਖਣ ਲਈ ਹੀ ਸਤਿਗੁਰਾਂ ਨੇ ਅੰਮ੍ਰਿਤ ਸਮਾਗਮ ਰਚ ਕੇ ਅਗਾਂਹ ਹੋਰਨਾਂ ਨੂੰ ਅੰਮ੍ਰਿਤਧਾਰੀ ਬਣਾ ਸਕਣ ਦਾ ਅਧਿਕਾਰ 5 ਸਿੰਘਾਂ ਨੂੰ ਦੇ ਦੇਣਾ ਦਸ਼ਮੇਸ਼ ਜੀ ਦਾ ਸਾਡੇ 'ਤੇ ਨਿਆਰਾ ਉਪਕਾਰ ਹੈ। ਅਤੇ ਫਿਰ ਜਿਸ ਘੋਰ ਯੁੱਧ ਵਿੱਚ 2 ਸਾਹਿਬਜ਼ਾਦਿਆਂ ਸਮੇਤ ਸਾਥੀ ਗੁਰਸਿੱਖਾਂ ਦੇ ਮਗਰੋਂ ਸਤਿਗੁਰਾਂ ਦੀ ਸ਼ਹੀਦੀ ਵੀ ਯਕੀਨੀ ਬਣ ਖਲੋਤੀ ਸੀ, ਉਸ ਚਮਕੌਰ ਦੀ ਗੜੀ ਦੁਆਲੇ ਪਏ ਲੱਖਾਂ ਵੈਰੀਆਂ ਦੇ ਘੇਰੇ ਵਿੱਚੋਂ ਨਿਕਲ ਕੇ ਖਾਲਸਾ ਪੰਥ ਨੂੰ ਸਰਬਕਾਲੀ ਅਤੇ ਸਰਬਥਾਨੀ ਅਨੂਪਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ ਦਸ਼ਮੇਸ਼ ਜੀ ਦਾ ਬੜਾ ਹੀ ਅਨੋਖਾ ਚਮਤਕਾਰ ਹੈ। ਗੁਰੂ ਗ੍ਰੰਥ ਸਾਹਿਬ ਜੀ ਅੱਜ ਸਾਡੇ ਲਈ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਹਨ। ਇਸ ਕਾਮਲ ਸਤਿਗੁਰ ਜੀ ਦਾ ਸ਼ਬਦ ਗਿਆਨ ਹੀ ਸਾਡੀ ਹੋਂਦ ਦਾ ਰਾਖਾ ਹੈ। ਸ਼ਬਦ ਵਿਚਾਰ ਤੋਂ ਮਿਲਦੀ ਸੇਧ ਅਨੁਸਾਰ ਆਪਣਾ ਜੀਵਨ ਬਣਾਉਣਾ ਅਤੇ 5 ਕਕਾਰਾਂ ਵਾਲੇ ਸਿੰਘ ਸਰੂਪ ਦੀ ਸੰਭਾਲ ਸੰਸਾਰ ਲਈ 10 ਸਤਿਗੁਰਾਂ ਦੇ ਦਰਸ਼ਨ ਹਨ। ਗੁਰੂ ਨਾਨਕ ਜੀ ਦੇ 10 ਸਰੂਪਾਂ ਦੇ ਇਸ ਅਨੋਖੇ ਅਤੇ ਦੈਵੀ ਚਮਤਕਾਰ ਦੀ ਆਭਾ ਚਮਕਾਈ ਰੱਖਣੀ ਹੀ ਅਸਲ ਸਿੱਖੀ ਹੈ। ਜੇ ਅਸੀਂ ਸਤਿਗੁਰਾਂ ਦੇ ਇਸ ਚਮਤਕਾਰ ਦੀ ਅਸਲੀਅਤ ਨੂੰ ਸਮਝ ਕੇ ਉਸ ਅਨੁਸਾਰ ਜੀਵਨੀ ਬਣਾ ਲਈ, ਤਦ ਹੀ ਸਤਿਗੁਰੂ ਪਰਮੇਸ਼ਰ ਜੀ ਸੰਸਾਰੀ ਦੁੱਖਾਂ ਵਿੱਚ ਸਾਡੇ ਰਖਵਾਲੇ ਹਨ ਅਤੇ ਤਦ ਹੀ ਸੰਸਾਰ ਵਿੱਚ ਅਸੀਂ ਚਮਤਕਾਰੀ ਪ੍ਰਾਪਤੀਆਂ ਕਰ ਸਕਾਂਗੇ। ਰਾਮ ਗੁਰ ਸ਼ਰਨ ਪ੍ਰਭੂ ਰਖਵਾਰੇ, ਜਿਉ ਕੁੰਚਰ ਤੰਦੂਏ ਪਕੜ ਚਲਾਇਓ, ਕਰ ਉਪਰ ਕੱਢ ਨਿਸਤਾਰੇ ਰਹਾਓ। ਪ੍ਰਭ ਕੇ ਸੇਵਕ ਬਹੁਤ ਅਤ ਨੀਕੇ, ਮਨ ਸ਼ਰਧਾ ਕਰ ਹਰ ਧਾਰੇ। ਮੇਰੇ ਪ੍ਰਭ ਸ਼ਰਧਾ ਭਗਤ ਮਨ ਭਾਵੈ, ਜਨ ਕੀ ਪੈਜ ਸਵਾਰੇ। ਹਰ ਹਰ ਸੇਵਕ ਸੇਵਾ ਲਾਗੈ, ਸਭ ਦੇਖੈ ਬ੍ਰਹਮ ਪਸਾਰੇ। ਏਕ ਪੁਰਖ ਇਕ ਨਦਰੀ ਆਵੈ, ਸਭ ਏਕਾ ਨਦਰ ਨਿਹਾਰੇ। ਹਰ ਪ੍ਰਭ ਠਾਕੁਰ ਰਵਿਆ ਸਭ ਠਾਈ, ਸਭ ਚੇਰੀ ਜਗਤ ਸਮਾਰੇ। ਆਪ ਦਿਆਲ ਦਇਆ ਦਾਨ ਦੇਵੈ, ਵਿੱਚ ਪਾਥਰ ਕੀਰੇ ਕਾਰੇ। ਅੰਤਰਵਾਸ ਬਹੁਤ ਮੁਸ਼ਕਾਈ, ਭ੍ਰਮ ਭੂਲਾ ਮਿਰਗ ਸਿੰਘਾਰੇ। ਬਨ ਬਨ ਢੂੰਡ ਢੂੰਡ ਫਿਰ ਥਾਕੀ, ਗੁਰ ਪੂਰੇ ਘਰ ਨਿਸਤਾਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ, ਮਨ ਬੀਜਿਆ ਖਾਵਾਰੇ। ਜਿਉ ਜਨ ਚੰਦਰ ਹਾਂਸ ਦੁਖਿਆ, ਧ੍ਰਸ਼ਟ ਬੁਧੀ ਆਪਣਾ ਕਰ ਲੂਕੀ ਜਾਰੇ। ਪ੍ਰਭ ਕੋ ਜਨ ਅੰਤਰ ਰਿਦ ਲੋਚੈ, ਪ੍ਰਭ ਜਨ ਕੇ ਸਾਸ ਨਿਹਾਰੇ। ਕਿਰਪਾ ਕਿਰਪਾ ਕਰ ਭਗਤ ਦ੍ਰਿੜਾਏ, ਜਨ ਪੀਛੈ ਜਗ ਨਿਸਤਾਰੇ। ਆਪਨ ਆਪ ਪ੍ਰਭ ਠਾਕੁਰ, ਪ੍ਰਭ ਆਪੇ ਸ੍ਰਿਸ਼ਟ ਸਵਾਰੇ। ਜਨ ਨਾਨਕ ਆਪੇ ਆਪ ਸਭ ਵਰਤੈ, ਕਰ ਕਿਰਪਾ ਆਪ ਨਿਸਤਾਰੇ।
ਪੰਨਾ 982। ਭਾਗ 11ਵਾਂ। ਪੰਜ ਗਿਣਤ ਨਾਲ ਗੁਰਮਤ ਦੀ ਸਾਂਝ। ਇਸ ਮਰਜ਼ਾਦਾ ਬਾਰੇ ਪੜ੍ਹਦੇ ਸੁਣਦੇ ਆ ਰਹੇ ਹਾਂ ਕਿ ਗੁਰਗੱਦੀ ਸੌਂਪਣ ਸਮੇਂ 5 ਪੈਸੇ ਭੇਟਾ ਕੀਤੇ ਜਾਂਦੇ ਸਨ। ਪੰਜੀ ਪਰਮੇਸ਼ਰ ਦਾ ਸਿਧਾਂਤ ਵੀ ਹੈ ਅਤੇ ਫਿਰ ਪੰਜਵੇਂ ਜਾਮੇ ਵਿੱਚ ਸਤਿਗੁਰਾਂ ਨੇ ਰਰੇ ਵਾਲੀ ਖੋਟੀ ਬਾਣੀ ਕੱਢ ਕੇ ਸਾਰੀ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਸੁਰੱਖਿਅਤ ਕੀਤਾ ਅਤੇ ਸੱਚਾਈ ਦੀ ਰੱਖਿਆ ਕਰਦਿਆਂ ਘੋਰ ਤਸੀਹੇ ਚੱਲਦਿਆਂ ਖਿੜੇ ਮੱਥੇ ਸ਼ਹੀਦੀ ਪਾਉਣ ਦੇ ਪੂਰਨੇ ਪਾਉਣ ਦੀ ਪਹਿਲ ਵੀ ਪੰਜਵੇਂ ਜਾਮੇ ਵਿੱਚ ਹੀ ਕੀਤੀ। ਪੰਜ ਦੀ ਦੂਜੀ ਗਿਣਤੀ ਸਮੇਂ ਭਾਵ 10ਵੇਂ ਸਰੂਪ ਸਮੇਂ ਦਸ਼ਮੇਸ਼ ਜੀ ਨੇ ਕਈ ਨਿਆਰੇ ਕੌਤਕ ਵਰਤਾਏ। ਸਰਬੰਸ ਕੁਰਬਾਨ ਕਰਦਿਆਂ ਬਹਾਦਰੀ ਅਤੇ ਕੁਰਬਾਨੀ ਦੀ ਅਨੂਪਮ ਮਿਸਾਲ ਕਾਇਮ ਕੀਤੀ। ਦੇਗ ਵਿੱਚੋਂ ਦਾਣਾ ਟੋਹਣ ਦੀ ਗੱਲ ਪੰਜਾਂ ਤੋਂ ਵੱਧ ਘੱਟ ਦੀ ਗਿਣਤੀ ਨਾਲ ਵੀ ਪੂਰੀ ਕੀਤੀ ਜਾ ਸਕਦੀ ਸੀ, ਪਰ ਲਗਭਗ 1 ਲੱਖ ਦੀ ਗਿਣਤੀ ਵਿੱਚੋਂ 6ਵਾਂ ਸੀਸ ਮੰਗਿਆ ਹੀ ਨਾ, ਪੂਰੇ 5 ਸੀਸ ਮੰਗ ਕੇ ਸਮਾਪਤੀ ਹੋ ਗਈ। ਪੰਜਾਂ ਬਾਣੀਆਂ ਦਾ ਨਿਤਨੇਮ ਅਤੇ ਫਿਰ 5 ਕਕਾਰ ਮਿਥੇ ਗਏ। ਪੰਜਵੇਂ ਸਰੂਪ ਸਮੇਂ ਕਰੜੇ ਤਸੀਹੇ ਚੱਲਦਿਆਂ ਸ਼ਾਂਤ ਰਹਿ ਕੇ ਸੱਚਾਈ ਦੀ ਰਾਖੀ ਕਰਦਿਆਂ ਸ਼ਹੀਦੀ ਪਾ ਲੈਣ ਦੇ ਪੂਰਨੇ ਪਾਏ ਅਤੇ ਪੰਜਵੇਂ ਸਰੂਪ ਸਮੇਂ ਹੀ ਗੁਰਬਾਣੀ ਦਾ ਬੋਹਿਥ ਅਜਿਹਾ ਪਾਵਨ ਗ੍ਰੰਥ ਤਿਆਰ ਕੀਤਾ। ਐਨ 5 ਦੀ ਹੀ ਹੋਰ ਗਿਣਤੀ ਪੂਰੀ ਹੋਣ ਦੇ 10ਵੇਂ ਜਾਮੇ ਵਿੱਚ ਉਹੀ ਗ੍ਰੰਥ ਸਾਹਿਬ ਮਨੁੱਖਤਾ ਦੇ ਸਦੀਵੀ ਰਹਿਬਰ ਥਾਪ ਦਿੱਤੇ ਗਏ ਅਤੇ ਉਚੇਚੇ ਤੌਰ 'ਤੇ ਸਭ ਸਿੱਖਣ ਕੋ ਹੁਕਮ ਹੈ ਕਿ ਉਹ ਅੱਗੇ ਤੋਂ ਕਿਸੇ ਹੋਰ ਦੇਹਧਾਰੀ ਨੂੰ ਗੁਰੂ ਕਦੇ ਨਾ ਮੰਨਣ, ਸਗੋਂ ਆਪਣਾ ਸਦੀਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ। ਹੈਰਾਨੀ ਹੁੰਦੀ ਰਹੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ 5 ਦੀ ਗਿਣਤੀ ਨਾਲ ਕੀ ਸੰਬੰਧ ਹੈ। ਹਿਰਦੇ ਵਿੱਚ ਉੱਠਦੇ ਇਸ ਪ੍ਰਸ਼ਨ ਦਾ ਉੱਤਰ ਕਿਸ ਕੋਲੋਂ ਪੁੱਛਿਆ ਜਾਵੇ। ਮਨ ਦੀ ਕਮਜ਼ੋਰੀ ਦੇ ਕਾਰਨ ਇਹ ਝਿਜਕ ਉਪਜਦੀ ਰਹੀ ਕਿ ਜੇ ਕਿਸੇ ਪੰਥਕ ਵਿਦਵਾਨ ਕੋਲੋਂ ਪੁੱਛਿਆ ਤਾਂ ਹੋ ਸਕਦਾ ਹੈ ਦਾਸ ਦੀ ਇਹ ਪੁੱਛ ਹਾਸੋਹੀਣੀ ਸਮਝੀ ਜਾਵੇ। ਵਿਦਵਾਨਾਂ ਦੀਆਂ ਪੁਸਤਕਾਂ ਵਿੱਚੋਂ ਇਸ ਵਿਸ਼ੇ ਬਾਰੇ ਕੁਝ ਵੀ ਲਿਖਿਆ ਹੋਇਆ ਨਾ ਮਿਲ ਸਕਿਆ। ਫਿਰ ਫਿਟਕਾਰ ਪਈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਸੇ ਦੂਜੇ ਕੋਲ ਕਿਸੇ ਪ੍ਰਕਾਰ ਦਾ ਵੀ ਦੁੱਖ ਰੋਣ ਦੀ ਵਿਚਾਰ ਕਿਉਂ ਕੀਤੀ ਜਾਵੇ। ਇਕਾਗਰਤਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਭਰੀ ਅਤੇ ਗੁਰਬਾਣੀ ਵਿਚਾਰ ਤੋਂ ਗੁਰਦੇਵ ਜੀ ਦੀ ਮਿਹਰ ਨਾਲ ਦਾਸ ਦੇ ਸ਼ੰਕੇ ਦਾ ਅਜਿਹਾ ਉੱਤਰ ਮਿਲਿਆ ਕਿ ਹਿਰਦਾ ਗਦਗਦ ਹੋ ਗਿਆ ਅਤੇ ਰਸਨਾ ਤੋਂ ਧੰਨ ਗੁਰੂ ਨਾਨਕ ਨਿਰੰਕਾਰੀ ਜੀ ਜਾਪ ਵਹਿ ਤੁਰਿਆ। ਗੁਰਬਾਣੀ ਵਿਚਾਰ ਤੋਂ ਸਪਸ਼ਟ ਹੋ ਜਾਂਦਾ ਹੈ ਕਿ 5 ਦੀ ਗਿਣਤੀ ਨਾਲ ਸਿਰਜਣਹਾਰ ਦਾ ਬੜਾ ਡੂੰਘਾ ਸੰਬੰਧ ਹੈ ਅਤੇ ਫਿਰ ਉਸੇ ਸਿਰਜਣਹਾਰ ਦੇ ਪਰਮ ਭਗਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਸਿਧਾਂਤ ਨਿਰੰਕਾਰ ਜੀ ਦੇ ਹੁਕਮ ਤੋਂ ਬਾਹਰ ਕਿਵੇਂ ਹੋ ਸਕਦਾ ਸੀ। ਵਿਪਰਨ ਕੀ ਰੀਤ ਦੇ ਨਾਲ ਹੀ, ਕਿਉਂਕਿ ਇਸ ਪੁਸਤਕ 'ਤੇ ਲਿਖਣ ਦਾ ਬਹੁਤਾ ਜ਼ਰੂਰੀ ਮੰਤਵ ਗੁਰਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਧ ਤੋਂ ਵੱਧ ਗਿਆਨ ਸਿਧਾਂਤ ਤੋਂ ਜਾਣੂ ਕਰਵਾਉਣਾ ਵੀ ਹੈ। ਇਸ ਲਈ ਪਿੱਛੇ ਚੱਲ ਰਹੀ ਵਿਚਾਰ ਨੂੰ ਅੱਗੇ ਤੋਰਨ ਤੋਂ ਪਹਿਲਾਂ ਉਹਨਾਂ ਬੇਅੰਤ ਗੁਰੂ ਫਰਮਾਨਾਂ ਵਿੱਚੋਂ ਕੁਝ ਪਾਵਨ ਸ਼ਬਦ ਦੀ ਵਿਚਾਰ ਕਰ ਲਈਏ, ਜਿਨ੍ਹਾਂ ਤੋਂ 5 ਦੀ ਗਿਣਤੀ ਨਾਲ ਸਿਰਜਣਹਾਰ ਦੇ ਡੂੰਘੇ ਸੰਬੰਧ ਹੋਣ ਵਾਲੇ ਭੇਦ ਦੀ ਸਮਝ ਆਉਂਦੀ ਹੈ। ਭਾਗੂੜਾ 5 ਤਤ। ਆਪ ਤੇਜ ਵਾਏ ਪ੍ਰਿਥਵੀ ਆਕਾਸ਼ਾ, ਤਿਨ ਮੈਂ ਪੰਜ ਤਤ ਘਰ ਵਾਸਾ। ਸਤਿਗੁਰ ਸ਼ਬਦ ਰਹੇ ਰੰਗ ਰਾਤਾ, ਤਜ ਮਾਇਆ ਹਉਮੈ ਭਰਾਤਾ ਹੈ। ਪੰਨਾ 1031। ਅਰਥ ਪਾਣੀ, ਅੱਗ, ਹਵਾ, ਧਰਤੀ ਤੇ ਆਕਾਸ਼, ਇਹਨਾਂ ਪੰਜਾਂ ਦੇ ਮੇਲ ਦੀ ਰਾਹੀਂ ਪਰਮਾਤਮਾ ਨੇ 5 ਤੱਤੀ ਘਰ ਬਣਾ ਦਿੱਤਾ। ਉਸ ਘਰ ਵਿੱਚ ਜੀਵਾਤਮਾ ਦਾ ਨਿਵਾਸ ਕਰਾ ਦਿੱਤਾ। ਜਿਹੜੇ ਜੀਵ ਸਤਿਗੁਰ ਦੇ ਸ਼ਬਦ ਵਿੱਚ ਜੁੜਦੇ ਹਨ ਉਹ ਮਾਇਆ ਦੀ ਹਉਮੈ ਤੇ ਮਾਇਆ ਦੀ ਖਾਤਰ ਭਟਕਣਾ ਛੱਡ ਕੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੂੰ ਹਰ ਪਾਸਾ। ਪੰਨਾ 327। ਭਾਗ ਐੜਾ 5 ਤੱਤਾਂ ਦੀ ਸਾਰੀ ਰਚਨਾ। ਹਰ ਆਪੇ ਪੰਜ ਤਤ ਵਿਸਥਾਰਾ, ਵਿੱਚ ਧਾਤੂ ਪੰਜ ਆਪ ਪਾਵੈ। ਜਾਂ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੇ। ਪੰਨਾ 720। ਗੁਰਮਤਿ ਦੇ ਇਸ ਪੱਖ ਨੂੰ ਨਹੀਂ ਭੁੱਲਣਾ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜੇ ਵੀ ਪਰਮਾਤਮਾ ਤੋਂ ਹੀ ਬਣੇ ਹਨ ਅਤੇ ਅਭੁੱਲ ਪ੍ਰਭੂ ਤੋਂ ਨਾ ਹੀ ਕਦੇ ਕੋਈ ਭੁੱਲ ਹੋ ਸਕਦੀ ਹੈ ਤੇ ਨਾ ਹੀ ਵਿਅਰਥ ਦੀ ਦੁਖਦਾਈ ਕੋਈ ਚੀਜ਼ ਵੀ ਕਦੇ ਬਣ ਸਕਦੀ। ਸਤਿਗੁਰਾਂ ਦਾ ਫਰਮਾਨ ਇਹ ਵੀ ਹੈ
ਕਿ ਕਰਤੇ ਦਾ ਕੀਤਾ ਜਗਤ ਪਸਾਰਾ, ਕਿਸੇ ਗੱਲੋਂ ਵੀ ਨਿੰਦਣਯੋਗ ਨਹੀਂ ਹੈ। ਨਿੰਦੋ ਨਾਹੀ ਕਾਹੂ ਬਾਤੈ, ਇਹ ਖਸਮ ਕਾ ਕੀਆ। ਪੰਨਾ 611। ਫਿਰ ਕਾਮਾਦਿਕ ਨੂੰ ਮਾੜਾ ਕਹਿਣ ਦਾ ਕਾਰਨ ਕੀ? ਇਹ ਭੇਦ ਪੁਸਤਕ ਦੇ 8ਵੇਂ ਭਾਗ ਦੇ 4ਥੇ ਅਤੇ 5ਵੇਂ ਕਾਂਡ ਵਿੱਚ ਗੁਰਬਾਣੀ ਸ਼ਬਦ ਤੋਂ ਬੜੇ ਵਿਸਥਾਰ ਨਾਲ ਸਪਸ਼ਟ ਹੋਇਆ ਹੈ। ਪਾਂਚੇ ਪੰਚ ਤਤ ਵਿਸਥਾਰ, ਕਨਕ ਕਾਮਨੀ ਜੋਗ ਵਿਵਹਾਰ, ਪ੍ਰੇਮ ਸੁਧਾ ਰਸ ਪੀਵੈ ਕੋਏ, ਜਰਾ ਮਰਨ ਦੁੱਖ ਫੇਰ ਨ ਹੋਏ। ਪੰਨਾ 343। ਅਰਥ, ਇਹ ਜਗਤ ਪੰਜਾਂ ਤੱਤਾਂ ਤੋਂ ਪ੍ਰਭੂ ਦਾ ਇੱਕ ਖੇਲ ਬਣਿਆ ਹੈ ਜੋ 4 ਦਿਨਾਂ ਦੇ ਮੌਜ ਮੇਲੇ ਮਗਰੋਂ ਖਤਮ ਹੋ ਜਾਂਦਾ ਹੈ। ਪਰ ਇਹ ਗੱਲ ਵਿਸਾਰ ਕੇ ਜੀਵ ਧਨ ਤੇ ਇਸਤਰੀ ਇਹਨਾਂ ਦੋਵਾਂ ਦੇ ਰੁਝੇਵੇਂ ਵਿੱਚ ਮਸਤ ਹੋ ਰਿਹਾ ਹੈ। ਇੱਥੇ ਕੋਈ ਵਿਰਲਾ ਮਨੁੱਖ ਹੈ ਜੋ ਪਰਮਾਤਮਾ ਦੇ ਪ੍ਰੇਮ ਅੰਮ੍ਰਿਤ ਦਾ ਘੁੱਟ ਪੀਂਦਾ ਹੈ। ਜੋ ਪੀਂਦਾ ਹੈ ਉਸ ਨੂੰ ਵਡੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਵਿਆਪਦਾ। ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੈ, ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇਂ, ਇੱਕ ਮਨਮੁਖ ਕਰੇ ਸੇ ਰੋਵੈ। ਪੰਨਾ 736। ਅਰਥ, हे ਪ੍ਰਭੂ, ਤੂੰ 5 ਤੱਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ। ਜੇ ਤੇ ਤੋਂ 12 ਜੀਵ ਪਾਸੋਂ ਕੁਝ ਹੋ ਸਕਦਾ ਹੋਵੇ ਤਾਂ ਉਹ ਬੇਸ਼ੱਕ 6ਵਾਂ ਤੱਤ ਬਣਾ ਕੇ ਵਿਖਾ ਦੇਵੇ। हे ਪ੍ਰਭੂ, ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਿਕ ਜੀਵਨ ਦੀ ਸੂਝ ਬਖਸ਼ਦਾ ਹੈ। ਕਈ ਜੀਵਾਂ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦਿੰਦਾ ਹੈ। ਫਿਰ ਉਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਦੁਖੀ ਹੁੰਦਾ ਰਹਿੰਦਾ ਹੈ। ਭਾਗ ਈੜੀ ਪੰਜਾਂ ਤੱਤਾਂ ਦੀ ਕਾਇਆ। 5 ਤੱਤ ਮਿਲ ਕਾਇਆ ਕੀਨੀ, ਤਿਸ ਮੈਂ ਰਾਮ ਰਤਨ ਲੈ ਚੀਨੀ, ਆਤਮ ਰਾਮ ਰਾਮ ਹੈ ਆਤਮ, ਹਰ ਪਾਈਏ ਸ਼ਬਦ ਵਿਚਾਰਾ ਹੈ। ਪੰਨਾ 1030। ਅਰਥ, ਇਸ ਸਰੀਰ ਵਿੱਚ ਜੋ ਪਰਮਾਤਮਾ ਨੇ 5 ਵਿਰੋਧੀ ਤੱਤ ਰਲਾ ਕੇ ਬਣਾਇਆ ਹੈ, ਪਰਮਾਤਮਾ ਨਾਲ ਖੋਜ ਕੇ ਲੱਭ ਲੈ। ਜਿਉਂ-ਜਿਉਂ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰੀਏ ਤਿਉਂ-ਤਿਉਂ ਉਹ ਸਮਝ ਆ ਜਾਂਦੀ ਹੈ ਕਿ ਆਤਮਾ ਤੇ ਪਰਮਾਤਮਾ ਇੱਕ ਰੂਪ ਹਨ। 5 ਤੱਤ ਮਿਲ ਇਹ ਤਨ ਕੀਆ, ਆਤਮ ਰਾਮ ਪਾਏ ਸੁਖ ਥੀਆ, ਕਰਮ ਕਰਤੂਤ ਅੰਮ੍ਰਿਤ ਫਲ ਲਾਗਾ, ਹਰ ਨਾਮ ਰਤਨ ਮਨ ਪਾਇਆ। ਪੰਨਾ 1039। ਅਰਥ, ਪਰਮਾਤਮਾ ਦੀ ਰਜ਼ਾ ਵਿੱਚ ਪੰਜਾਂ ਤੱਤਾਂ ਨੇ ਮਿਲ ਕੇ ਇਹ ਮਨੁੱਖਾ ਸਰੀਰ ਬਣਾਇਆ। ਜਿਸ ਮਨੁੱਖ ਨੇ ਉਸ ਸਰਬ ਵਿਆਪਕ ਪ੍ਰਭੂ ਨੂੰ ਲੱਭ ਲਿਆ, ਉਸ ਦੇ ਅੰਦਰ ਆਤਮਿਕ ਆਨੰਦ ਬਣ ਗਿਆ। ਪਰਮਾਤਮਾ ਨਾਲ ਸੰਬੰਧ ਬਣਾਉਣ ਵਾਲੇ ਉਸ ਦੇ ਕੰਮਾਂ ਅਥਵਾ ਉਦਮ ਨੂੰ ਉਹ ਨਾਮ ਫਲ ਲੱਗਾ ਜਿਸ ਨੇ ਉਸ ਨੂੰ ਆਤਮਿਕ ਜੀਵਨ ਬਖਸ਼ਿਆ। ਉਸ ਨੇ ਆਪਣੇ ਮਨ ਵਿੱਚ ਹੀ ਪਰਮਾਤਮਾ ਦਾ ਨਾਮ ਰਤਨ ਲੱਭ ਲਿਆ। ਫਿਰ ਇਹ ਵੀ ਕੋਈ ਘੱਟ ਵਿਚਿੱਤਰ ਗੱਲ ਨਹੀਂ ਹੈ ਕਿ ਸਿਰਜਣਹਾਰ ਨੇ 5 ਤੱਤੀ ਸਰੀਰ ਦੇ ਹੱਥਾਂ ਪੈਰਾਂ ਦੀਆਂ ਉਂਗਲੀਆਂ ਵੀ 5-5 ਹੀ ਬਣਾਈਆਂ ਹਨ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਚੌਥੇ ਕਾਂਡ ਦਾ 10ਵਾਂ ਅਤੇ 11ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।